Hello students, now we are ready with the new video. हाँ जी बेटा, we were talking about chapter 3 drainage. ठीक है. So in the last video we have discussed about the different rivers. Now that is the importance of lakes. ठीक है कि lakes ਦੀ ਕੀ importance है sorry. Lakes जो है बच्चे it helps to regulate the flow of a river. During heavy rainfall, it prevents flooding, and during the dry season, it helps to maintain an even flow of water. Means कि ਜਦੋਂ ਇਹ ਜਿਹੜਾ ਰਿਵਰ ਦਾ ਵਾਟਰ ਹੈ ਉਸਨੂੰ ਰੈਗੂਲਰ ਫਲੋ ਕਰਨ ਦੇ ਵਿੱਚ ਹੈਲਪ ਕਰਦੀ ਹੈ। ਠੀਕ ਹੈ, ਜਦੋਂ ਬਹੁਤ ਜ਼ਿਆਦਾ ਹੈਵੀ ਰੇਨਫਾਲ ਹੁੰਦਾ ਹੈ ਤਾਂ ਵਾਟਰ ਜਿਹੜਾ ਹੈਗਾ ਰਿਵਰ ਵਾਟਰ ਜੋ ਹੈ ਕਈ ਵਾਰੀ ਓਵਰਫਲੋ ਹੋ ਜਾਂਦਾ ਤਾਂ ਉਹ ਇਹਨਾਂ ਲੇਕਸ ਦੇ ਵਿੱਚ ਚਲਿਆ ਜਾਂਦਾ। ਠੀਕ ਹੈ, ਤਾਂ ਉਸ ਟਾਈਮ 'ਤੇ ਇਹ ਜ਼ਿਆਦਾ ਫਲੱਡ ਆਉਣ ਤੋਂ ਬਚਾਉਂਦੇ ਆ। ਔਰ ਜੋ ਡਰਾਈ ਸੀਜ਼ਨ ਹੁੰਦਾ ਹੈ ਤਾਂ ਇਹਨਾਂ ਲੇਕਸ ਦਾ ਜਿਹੜਾ ਵਾਟਰ ਹੈ ਉਹ ਇਹਨਾਂ ਦੇ ਵਿੱਚ ਰਿਵਰਸ ਦੇ ਵਿੱਚ ਫਲੋ ਹੋ ਕੇ ਰਿਵਰਸ ਨੂੰ ਚੱਲਦੇ ਰਹਿਣ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ। ਠੀਕ ਹੈ, ਇਸ ਤਰ੍ਹਾਂ ਇਹ ਹੈਲਪਫੁਲ ਹੈ। ਇਸ ਤਰ੍ਹਾਂ ਇਹ ਜਿਹੜਾ ਵਾਟਰ ਹੈ ਰਿਵਰ ਦਾ ਉਹ ਰੈਗੂਲਰਲੀ ਚੱਲਦਾ ਰਹਿੰਦਾ। ਨੈਕਸਟ ਹੈ ਆਲਸੋ ਯੂਜ਼ਡ ਫॉर ਡਿਵੈਲਪਿੰਗ ਹਾਈਡਰੋ ਪਾਵਰ। ਇਹ ਸਾਰਿਆਂ ਨੂੰ ਪਤਾ ਹੈ ਕਿ ਇਸ ਵਾਟਰ ਤੋਂ ਅਸੀਂ ਇਲੈਕਟ੍ਰੀਸਿਟੀ ਬਣਾ ਸਕਦੇ ਹਾਂ। ਦੇ ਮੋਡਰੇਟ ਦਾ ਕਲਾਈਮੇਟ ਆਫ ਦਾ ਸਰਾਊਂਡਿੰਗਸ। ਤਾਂ ਇਸੇ ਨਾਲ ਜਿਹੜਾ ਲੇਕਸ ਦੇ ਆਸ-ਪਾਸ ਦਾ ਜਿਹੜਾ ਕਲਾਈਮੇਟ ਹੈ ਉਹ ਵੀ ਮੋਡਰੇਟ ਹੋ ਜਾਂਦਾ। ਮੋਡਰੇਟ ਕਲਾਈਮੇਟ ਕਿਹੜਾ ਹੁੰਦਾ ਹੈ ਜਦੋਂ ਏਅਰ ਦੇ ਵਿੱਚ ਮੋਇਸਚਰ ਕਾਫੀ ਜ਼ਿਆਦਾ ਹੁੰਦਾ ਔਰ ਜਿਹੜਾ ਹੈਗਾ ਬਾਕੀ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਜਾਂ ਬਹੁਤ ਜ਼ਿਆਦਾ ਲੋ ਨਹੀਂ ਹੁੰਦਾ। ਜਿੱਥੇ ਰਜੇ ਲੇਕ ਬਣ ਜਾਂਦੀ ਹੈ ਤਾਂ ਲੇਕ ਦਾ ਜਿਹੜਾ ਵਾਟਰ ਹੈ ਓਬਵੀਅਸਲੀ ਉਹ ਕੀ ਹੋ ਜਾਂਦਾ ਇਵੈਪੋਰੇਟ ਹੁੰਦਾ। ਠੀਕ ਹੈ, ਜਿੱਥੇ ਵੀ ਵਾਟਰ ਕਿਤੇ ਖੜਾ ਹੈ ਉਹ ਇਵੈਪੋਰੇਟ ਤਾਂ ਹੋਣਾ ਹੀ ਹੈ ਸਨ ਹੀਟ ਦੇ ਕਰਕੇ। ਜਦੋਂ ਵਾਟਰ ਇਵੈਪੋਰੇਟ ਹੁੰਦਾ ਤਾਂ ਉਹੀ ਵਾਟਰ ਜਿਹੜੀ ਏਅਰ ਉੱਥੋਂ ਕ੍ਰੋਸ ਕਰਦੀ ਹੈ ਉਸ ਦੇ ਵਿੱਚ ਮਿਕਸ ਹੋ ਜਾਂਦਾ। ਠੀਕ ਹੈ, ਤਾਂ ਜਿਹੜੀ ਵਾਟਰ ਮਿਕਸ ਹੋ ਕੇ ਜਿਹੜੀ ਮੋਇਸਚਰ ਏਅਰ ਹੁੰਦੀ ਹੈ ਤਾਂ ਉਸ ਦੇ ਨਾਲ ਜਿਹੜਾ ਕਲਾਈਮੇਟ ਹੈ ਉਹ ਮੋਡਰੇਟ ਹੋ ਜਾਂਦਾ। ਠੀਕ ਹੈ, ਤਾਂ ਇਸ ਤਰ੍ਹਾਂ ਇਹ ਆਪਣੇ ਆਸ-ਪਾਸ ਦਾ ਜਿਹੜਾ ਲੇਕਸ ਦੇ ਆਸ-ਪਾਸ ਦਾ ਜਿਹੜਾ ਕਲਾਈਮੇਟ ਹੈ ਉਹ ਮੋਡਰੇਟ ਬਣ ਜਾਂਦਾ। ਮੇਨਟੇਨਿੰਗ ਦਾ ਐਕੁਐਟਿਕ ਇਕੋਸਿਸਟਮ। ਐਕੁਐਟਿਕ ਮੀਨਸ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਐਨੀਮਲਸ ਨੇ। ਠੀਕ ਹੈ, ਲਾਈਫ ਜੋ ਹੈ ਪੋਸੀਬਲ ਹੈ ਵਾਟਰ ਦੇ ਵਿੱਚ, ਤਾਂ ਉਸ ਨੂੰ ਵੀ ਇਹ ਮੇਨਟੇਨ ਕਰਨ ਦੇ ਵਿੱਚ ਹੈਲਪਫੁਲ ਹੈ। ਇਨਹੈਂਸ ਨੈਚੁਰਲ ਬਿਊਟੀ। ਓਬਵੀਅਸਲੀ ਇਹ ਨੈਚੁਰਲ ਬਿਊਟੀ ਨੂੰ ਹੋਰ ਜ਼ਿਆਦਾ ਵਧਾਉਂਦੇ ਹੈ। ਠੀਕ ਹੈ, ਹੈਲਪਸ ਇਨ ਡਿਵੈਲਪਿੰਗ ਟੂਰਿਜ਼ਮ ਐਂਡ ਪ੍ਰੋਵਾਈਡਿੰਗ ਰੀਕ੍ਰੀਏਸ਼ਨ। ਤੁਹਾਨੂੰ ਪਤਾ ਕਿ ਬਹੁਤ ਸਾਰੇ ਲੋਕ ਆ, ਜਿਵੇਂ ਤੁਸੀਂ ਸੁਣਿਆ ਹੋਏਗਾ ਚੰਡੀਗੜ੍ਹ ਦੀ ਝੀਲ ਦੇ ਉੱਪਰ ਕਿੰਨੇ ਲੋਕ ਜਿਹੜੇ ਆ ਉਹ ਮਤਲਬ ਦੇਖਣ ਲਈ ਜਾਂਦੇ ਹੈ। ਹੈ ਨਾ, ਝੀਲ ਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਤੁਹਾਡੀਆਂ ਉਹ ਛੋਟੀਆਂ ਸ਼ਿਪਸ ਜੋ ਕਿਸ਼ਤੀਆਂ ਵਗੈਰਾ ਚਲਾਉਂਦੇ ਆ, ਹੋਰ ਵੀ ਕਿੰਨਾ ਕੁਛ ਮੋਟਰ ਬੋਟਸ ਵਗੈਰਾ ਲੋਕ ਚਲਾਉਂਦੇ ਹੈ, ਆਪਣਾ ਮਨੋਰੰਜਨ ਕਰਦੇ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਹੀ ਉਹਨਾਂ ਦੇ ਟੂਰਿਜ਼ਮ ਦਾ ਸਾਧਨ ਵੀ ਹੈ ਔਰ ਲੋਕਾਂ ਦੇ ਮਨ ਪਰਚਾਵੇ ਦਾ ਸਾਧਨ ਵੀ ਬਣਦੀਆਂ ਨੇ। ਠੀਕ ਹੈ, ਨੈਕਸਟ ਹੈ ਜੀ ਰੋਲ ਆਫ ਰਿਵਰਸ ਇਨ ਦਾ ਇਕੋਨੋਮੀ। ਹੁਣ ਸਾਡੀ ਇਕੋਨੋਮੀ ਦੇ ਵਿੱਚ ਰਿਵਰਸ ਦਾ ਕੀ ਰੋਲ ਹੈ? ਨੋ ਡਾਊਟ ਬੱਚੇ ਦੇ ਪਲੇ ਐਨ ਇੰਪੋਰਟੈਂਟ ਰੋਲ ਇਨ ਆਰ ਇਕੋਨੋਮੀ। ਤੁਹਾਨੂੰ ਪਤਾ ਹੈ ਕਿ ਐਂਸ਼ੀਅੰਟ ਟਾਈਮਸ ਤੋਂ ਲੈ ਕੇ ਪੁਰਾਣੇ ਸਮੇਂ ਤੋਂ ਲੈ ਕੇ ਜਿੱਥੇ ਵੀ ਜਿਹੜੇ ਹਿਊਮਨ ਬੀਂਗਸ ਨੇ, ਜਦੋਂ ਜਿਹੜਾ ਸਾਡਾ ਸੀ ਆਦਿ ਮਾਨਵ ਜੋ ਸੀ ਉਸਨੇ ਵੀ ਜਦੋਂ ਸੈਟਲਮੈਂਟ ਕੀਤੀ ਹੈ ਤਾਂ ਕਿੱਥੇ ਕੀਤੀ ਹੈ? ਰਿਵਰਸ ਦੇ ਕੰਢੇ ਦੇ ਉੱਪਰ। ਠੀਕ ਹੈ, ਕਿਉਂਕਿ ਰਿਵਰਸ ਦੇ ਨੇੜੇ ਰਾਜੇ ਸਾਡੀ ਵਾਟਰ ਦੀ ਸਮੱਸਿਆ ਹੱਲ ਹੋ ਜਾਂਦੀ ਹੈ, ਕਿਉਂਕਿ ਵਾਟਰ ਸਾਡਾ ਬੇਸਿਕ ਨੀਡ ਹੈ। ਵਾਟਰ ਤੋਂ ਬਿਨਾਂ ਸਾਡੀ ਲਾਈਫ ਪੋਸੀਬਲ ਹੀ ਨਹੀਂ ਹੈ। ਸਾਡਾ ਹਰ ਕੰਮ ਜੋ ਹੈ ਉਹ ਵਾਟਰ ਦੇ ਉੱਪਰ ਡਿਪੈਂਡ ਕਰਦਾ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਵੀ ਲੋਕਾਂ ਨੇ ਜਦੋਂ ਰਹਿਣਾ ਸ਼ੁਰੂ ਕੀਤਾ ਸੀ ਤਾਂ ਰਿਵਰਸ ਦੇ ਆਸ-ਪਾਸ ਹੀ ਰਹਿਣਾ ਸ਼ੁਰੂ ਕੀਤਾ ਸੀ। ਠੀਕ ਹੈ, ਤਾਂ ਇਹ ਦੂਸਰਾ ਰਾਜੇ ਇਹ ਇਹੋ ਜਿਹਾ ਨੈਚੁਰਲ ਸੋਰਸ ਹੈ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਜੋ ਵੀ ਸਾਡੀਆਂ ਐਕਟੀਵਿਟੀਜ਼ ਨੇ ਹਿਊਮਨ ਐਕਟੀਵਿਟੀਜ਼ ਦੇ ਲਈ ਖਾਸ ਕਰਕੇ ਇਹ ਬਹੁਤ ਹੀ ਜ਼ਿਆਦਾ ਅਸੈਂਸ਼ੀਅਲ ਹੈ, ਜ਼ਰੂਰੀ ਹੈ। ਠੀਕ ਹੈ, ਰਿਵਰਸ ਆਰ ਯੂਜ਼ਡ ਫॉर ਇਰੀਗੇਸ਼ਨ, ਨੈਵੀਗੇਸ਼ਨ ਐਂਡ ਹਾਈਡਰੋ ਪਾਵਰ ਜਨਰੇਸ਼ਨਸ। ਤਾਂ ਇਹ ਕੀ ਹੈ ਕਿ ਜੇ ਅਸੀਂ ਰਾਜੇ ਐਗਰੀਕਲਚਰ ਵਗੈਰਾ ਕਰਦੇ ਹਾਂ ਤਾਂ ਉਹਦੇ ਲਈ ਇਰੀਗੇਸ਼ਨ ਦੇ ਲਈ, ਸਿੰਚਾਈ ਕਰਨ ਦੇ ਲਈ, ਫਸਲਾਂ ਨੂੰ ਪਾਣੀ ਜੋ ਅਸੀਂ ਦਿੰਦੇ ਹਾਂ ਉਸ ਦੇ ਲਈ ਰਿਵਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਨੈਵੀਗੇਸ਼ਨ ਦੇ ਲਈ ਇੰਪੋਰਟੈਂਟ ਹੈ ਕਿਉਂਕਿ ਜਿਵੇਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੈ, ਇਹਨਾਂ ਰਿਵਰਸ ਦੇ ਵਿੱਚੋਂ ਸ਼ਿਪਸ ਵਗੈਰਾ ਤਾਂ ਸ਼ਿਪਸ ਵਗੈਰਾ ਜਿਹੜੀਆਂ ਚੱਲਦੀਆਂ ਨੇ ਉਸ ਦੇ ਰਾਹੀਂ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੇ ਹਾਂ। ਠੀਕ ਹੈ, ਤਾਂ ਇਸ ਤਰ੍ਹਾਂ ਵੀ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਹੈਲਪਫੁਲ ਨੇ। ਦੂਸਰਾ ਅਸੀਂ ਇਹਨਾਂ ਤੋਂ ਇਲੈਕਟ੍ਰੀਸਿਟੀ ਬਣਾਉਂਦੇ ਹਾਂ। ਠੀਕ ਹੈ, ਰਿਵਰਸ ਦੇ ਉੱਪਰ ਅਸੀਂ ਡੈਮ ਬਣਾ ਕੇ ਸਭ ਤੋਂ ਜ਼ਿਆਦਾ ਜਿਹੜੀ ਇਲੈਕਟ੍ਰੀਸਿਟੀ ਹੈ ਅਸੀਂ ਉਹ ਇਸ ਵਾਟਰ ਤੋਂ ਅੱਜ ਕੱਲ੍ਹ ਜੋ ਹੈ ਕ੍ਰੀਏਟ ਕਰ ਰਹੇ ਹਾਂ। ਠੀਕ ਹੈ, ਤਾਂ ਇਸ ਤਰ੍ਹਾਂ ਇਹ ਸਾਡੀ ਬਿਜਲੀ ਪੈਦਾ ਕਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਹੈਲਪਫੁਲ ਨੇ। ਨੈਕਸਟ ਹੈ ਜੀ ਰਿਵਰ ਪੋਲਿਊਸ਼ਨ।
ਰਾਜੇ ਯੂ ਨੋ ਕਿ ਰਿਵਰ ਸਾਡੇ ਲਈ ਇੰਨੀਆਂ ਇੰਪੋਰਟੈਂਟ ਹੈ, ਸਾਨੂੰ ਪਤਾ ਹੈ ਕਿ ਰਿਵਰਸ ਦਾ ਵਾਟਰ ਅਸੀਂ ਆਪਣੇ ਹਰ ਪਰਪਸ ਲਈ ਯੂਜ਼ ਕਰ ਰਹੇ ਹਾਂ। ਠੀਕ ਹੈ, ਘਰਾਂ ਦੇ ਵਿੱਚ ਵੀ ਸਾਡਾ ਹਰ ਇੱਕ ਜੋ ਵਰਕ ਹੈ ਵਾਟਰ ਦੇ ਉੱਪਰ ਡਿਪੈਂਡ ਕਰਦਾ ਹੈ। ਠੀਕ ਹੈ, ਜੋ ਵੀ ਸਾਡਾ ਅੱਜ ਕੱਲ੍ਹ ਦਾ ਕੋਈ ਖਾਣਾ ਬਣਾਉਣਾ ਜਾਂ ਫਿਰ ਕੋਈ ਬਰਤਨ ਸਾਫ਼ ਕਰਨਾ, ਘਰ ਦੀ ਸਾਫ਼ ਸਫਾਈ ਕਰਨਾ, ਠੀਕ ਹੈ, ਪੀਣਾ ਤਾਂ ਅਸੀਂ ਹੈ ਹੀ ਹੈ ਵਾਟਰ, ਐਨੀਮਲਸ ਦੇ ਲਈ ਸਾਨੂੰ ਵਾਟਰ ਚਾਹੀਦਾ ਹੈ। ਮਤਲਬ ਹਰ ਕੰਮ ਜੋ ਹੈ ਸਾਡਾ ਉਹ ਵਾਟਰ ਦੇ ਉੱਪਰ ਡਿਪੈਂਡ ਕਰਦਾ। ਔਰ ਇਹ ਵਾਟਰ ਜਿਹੜਾ ਹੈਗਾ ਅਸੀਂ ਕਿੱਥੋਂ ਲੈਂਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਰਿਵਰਸ ਵਾਲਾ ਵਾਟਰ ਹੀ ਅਸੀਂ ਯੂਜ਼ ਕਰ ਰਹੇ ਹਾਂ। ਔਰ ਦੂਸਰੇ ਪਾਸੇ ਕੀ ਹੈ ਰਾਜੇ, ਰਿਵਰ ਪੋਲਿਊਸ਼ਨ। ਰਿਵਰਸ ਦਾ ਇਹੀ ਵਾਟਰ ਜਿਹੜਾ ਅਸੀਂ ਯੂਜ਼ ਕਰਨਾ ਹੈ ਉਸੇ ਨੂੰ ਹੀ ਅਸੀਂ ਬਹੁਤ ਜ਼ਿਆਦਾ ਪੋਲਿਊਟ ਕਰ ਰਹੇ ਹਾਂ, ਪ੍ਰਦੂਸ਼ਿਤ ਕਰ ਰਹੇ ਹਾਂ। ਤਾਂ ਇਸ ਦਾ ਰੀਜ਼ਨ ਕੀ ਹੈ, ਦ ਡਿਮਾਂਡ ਫॉर ਵਾਟਰ ਫਰੋਮ ਰਿਵਰ is increasing to meet growing domestic, municipal, industrial and agricultural need, which naturally affects the quality of water। ਤਾਂ ਕੀ ਹੈ ਰਾਜੇ, ਜੋ ਵੀ ਮਤਲਬ ਜਿਹੜੀ ਡਿਮਾਂਡ ਹੈ ਵਾਟਰ ਦੀ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਕਿਉਂਕਿ ਸਾਡਾ ਜਿਹੜਾ ਐਗਰੀਕਲਚਰ ਦਾ ਢੰਗ ਤਰੀਕਾ ਹੈ, ਅਸੀਂ ਵਿੱਚ ਨਵੇਂ ਨਵੇਂ ਜੋ ਸੀਡਸ HYV ਸੀਡਸ ਵਗੈਰਾ ਯੂਜ਼ ਕਰਨ ਲੱਗ ਪਏ ਹਾਂ, ਪੈਸਟੀਸਾਈਡਸ ਫਰਟੀਲਾਈਜ਼ਰਸ ਵਗੈਰਾ ਯੂਜ਼ ਕਰ ਰਹੇ ਹਾਂ, ਤਾਂ ਉਹਨਾਂ ਦੇ ਲਈ ਇਰੀਗੇਸ਼ਨ ਦੇ ਲਈ ਬਹੁਤ ਜ਼ਿਆਦਾ ਵਾਟਰ ਚਾਹੀਦਾ। ਠੀਕ ਹੈ, ਕਿਉਂਕਿ ਅਸੀਂ ਆਪਣਾ ਪ੍ਰੋਡਕਸ਼ਨ ਇਨਕਰੀਜ਼ ਕਰਨਾ, ਤਾਂ ਇਸ ਕਰਕੇ ਅਸੀਂ ਇਹ ਸਾਰੇ ਨਿਊ ਟੈਕਨੀਕਸ ਯੂਜ਼ ਕਰ ਰਹੇ ਹਾਂ। ਰਾਈਸ ਵਗੈਰਾ ਦੀ ਅਸੀਂ ਤੁਹਾਨੂੰ ਪਤਾ ਕਿੰਨੀ ਜ਼ਿਆਦਾ ਪਲਾਂਟੇਸ਼ਨ ਕਰ ਰਹੇ ਹਾਂ, ਐਗਰੀਕਲਚਰ ਕਰ ਰਹੇ ਹਾਂ, ਇਹੋ ਜਿਹੀਆਂ ਕ੍ਰੌਪਸ ਅਸੀਂ ਗਰੋ ਕਰ ਰਹੇ ਹਾਂ ਜਿਨ੍ਹਾਂ ਉੱਪਰ ਬਹੁਤ ਜ਼ਿਆਦਾ ਵਾਟਰ ਚਾਹੀਦਾ। ਠੀਕ ਹੈ, ਦੂਸਰੇ ਪਾਸੇ ਇੰਡਸਟਰੀ ਕਿੰਨੀ ਵੱਧ ਰਹੀ ਹੈ ਔਰ ਇੰਡਸਟਰੀ ਦੇ ਲਈ ਵਾਟਰ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਸਾਰੀ ਕੁਝ ਇੱਦਾਂ ਦੀ ਇੰਡਸਟਰੀ ਹੈ ਜਿੱਥੇ ਬਹੁਤ ਜ਼ਿਆਦਾ ਵਾਟਰ ਜੋ ਹੈ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਔਰ ਜੋ ਵੀ ਸਾਡੀਆਂ ਮਤਲਬ ਡੋਮੈਸਟਿਕ ਲੋੜਾਂ ਨੇ ਉਹਨਾਂ ਦੇ ਲਈ ਵੀ ਡੇ ਬਾਏ ਡੇ ਅਸੀਂ ਵਾਟਰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰ ਰਹੇ ਹਾਂ। ਠੀਕ ਹੈ, ਮਿਊਨਸੀਪਲ ਕਮੇਟੀਜ਼ ਜਿਵੇਂ ਬਣੀਆਂ ਹੁੰਦੀਆਂ ਸ਼ਹਿਰਾਂ ਦੇ ਵਿੱਚ, ਉੱਥੇ ਸ਼ਹਿਰਾਂ ਦੇ ਵਿੱਚ ਸਾਫ਼ ਸਫਾਈ ਦਾ, ਸੀਵਰੇਜ ਵਗੈਰਾ ਦਾ ਜਿਹੜਾ ਵੀ ਪ੍ਰਬੰਧ ਹੈ ਤੁਹਾਨੂੰ ਪਤਾ ਉਸ ਦੇ ਉੱਪਰ ਕਿੰਨਾ ਜ਼ਿਆਦਾ ਵਾਟਰ ਅਸੀਂ ਯੂਜ਼ ਕਰਦੇ ਹਾਂ। ਜਿਵੇਂ ਕਿ ਆ ਜਿਹੜੀਆਂ ਫਲੱਸ਼ ਵਗੈਰਾ ਘਰਾਂ ਦੇ ਵਿੱਚ ਬਣਦੀਆਂ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵਾਟਰ ਯੂਜ਼ ਕੀਤਾ ਜਾਂਦਾ। ਠੀਕ ਹੈ, ਤਾਂ ਇਸ ਤਰ੍ਹਾਂ ਦਿਨੋਂ ਦਿਨ ਜਿਹੜੀ ਵਾਟਰ ਦੀ ਡਿਮਾਂਡ ਹੈ ਇਨਕਰੀਜ਼ ਹੁੰਦੀ ਜਾ ਰਹੀ ਹੈ। ਮੋਰ ਐਂਡ ਮੋਰ ਵਾਟਰ ਇਜ਼ ਬੀਇੰਗ ਡਰੇਨਡ ਆਊਟ ਆਫ ਦਾ ਰਿਵਰਸ, ਰਿਡਿਊਸਿੰਗ ਦੇਅਰ ਵੋਲਿਊਮ। ਹੁਣ ਅਸੀਂ ਇੰਨਾ ਵਾਟਰ ਜ਼ਿਆਦਾ ਤੋਂ ਜ਼ਿਆਦਾ ਰਿਵਰਸ ਦੇ ਵਿੱਚੋਂ ਅਸੀਂ ਵਾਟਰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਤਾਂ ਇਸ ਦੇ ਨਾਲ ਜਿਹੜਾ ਵਾਟਰ ਦਾ ਵੋਲਿਊਮ ਹੈ ਉਹ ਘੱਟ ਹੋ ਰਿਹਾ, ਪਾਣੀ ਦਾ ਸਤਰ ਜਿਹੜਾ ਹੈਗਾ ਬਹੁਤ ਜ਼ਿਆਦਾ ਲੋ ਹੁੰਦਾ ਜਾ ਰਿਹਾ। ਆਲਸੋ ਅ ਹੈਵੀ ਲੋਡ ਆਫ ਅਨਟ੍ਰੀਟਡ ਸੀਵੇਜ and industrial effluents are emptied into the rivers, which affects only not the quality of water but also the self cleansing capacity of the river। ਹੁਣ ਰਾਜੀ ਇੱਕ ਪਾਸੇ ਤਾਂ ਅਸੀਂ ਵਾਟਰ ਯੂਜ਼ ਕਰ ਰਹੇ ਹਾਂ, ਦੂਸਰੇ ਪਾਸੇ ਜਿਵੇਂ ਤੁਸੀਂ ਦੇਖਦੇ ਹੋ ਖਾਸ ਕਰਕੇ ਸ਼ਹਿਰਾਂ ਦੇ ਵਿੱਚ, ਠੀਕ ਹੈ, ਜਿਹੜਾ ਸੀਵੇਜ ਵਗੈਰਾ ਦਾ ਗੰਦਾ ਵਾਟਰ ਹੈ ਉਹ ਅਸੀਂ ਕਿੱਥੇ ਜਾ ਕੇ ਉਹਨੂੰ ਮਤਲਬ ਡਿਸਟਰੋਏ ਕਰ ਰਹੇ ਹਾਂ, ਰਿਵਰਸ ਦੇ ਵਿੱਚ ਪਾ ਰਹੇ ਹਾਂ ਦੁਬਾਰਾ ਵਾਪਸ। ਜਿਹੜਾ ਗੰਦਾ ਵਾਟਰ ਹੈ, ਇੰਡਸਟਰੀ ਵੀ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ ਰਿਵਰਸ ਦੇ ਕਿਨਾਰੇ ਉੱਪਰ ਲੱਗ ਰਹੀ ਹੈ। ਠੀਕ ਹੈ, ਰਿਵਰ ਬੈਂਕਸ ਦੇ ਉੱਪਰ ਜ਼ਿਆਦਾ ਇੰਡਸਟਰੀ ਹੈ ਔਰ ਉਹ ਇੰਡਸਟਰੀ ਦੇ ਲਈ ਪਹਿਲਾਂ ਤਾਂ ਅਸੀਂ ਵਾਟਰ ਯੂਜ਼ ਕਰਦੇ ਹਾਂ, ਫਿਰ ਜਿਹੜਾ ਉੱਥੋਂ ਇੰਡਸਟਰੀ ਤੋਂ ਗੰਦਾ ਵਾਟਰ ਨਿਕਲਦਾ, ਠੀਕ ਹੈ, ਉਹਦੇ ਵਿੱਚ ਕਿੰਨਾ ਕੁਛ ਮਿਕਸ ਹੋਇਆ ਹੁੰਦਾ, ਕੋਈ ਐਸਿਡ ਵਗੈਰਾ ਪਤਾ ਨਹੀਂ ਕੀ ਕੁਛ, ਤਾਂ ਉਹ ਸਾਰਾ ਵਾਟਰ ਵੀ ਅਸੀਂ ਵਾਪਸ ਰਿਵਰ ਦੇ ਵਿੱਚ ਸੁੱਟ ਦਿੰਦੇ ਹਾਂ। ਇੱਕ ਪਾਸੇ ਅਸੀਂ ਇੰਨਾ ਵਾਟਰ ਯੂਜ਼ ਵੀ ਕਰ ਰਹੇ ਹਾਂ, ਉੱਪਰੋਂ ਅਸੀਂ ਜਿਹੜਾ ਗੰਦਾ ਵਾਟਰ ਹੈ, ਜਿਹੜੇ ਸ਼ਹਿਰਾਂ ਦੇ ਸੀਵੇਜ ਵਗੈਰਾ ਨੇ, ਉਹ ਵੀ ਸਾਰਾ ਜਿਹੜਾ ਸਿਸਟਮ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਿਵਰਸ ਦੇ ਵਿੱਚ ਪੈਂਦਾ ਕਰ ਦਿੱਤਾ ਜਾਂਦਾ। ਇਸ ਦੇ ਨਾਲ ਕੀ ਹੈ, ਰਿਵਰ ਦਾ ਵਾਟਰ ਜਿਹੜਾ ਬਹੁਤ ਜ਼ਿਆਦਾ ਪੋਲਿਊਟ ਹੋ ਰਿਹਾ। ਰਿਵਰ ਦੀ ਜਿਹੜੀ ਸੈਲਫ ਕਲੀਨਜ਼ਿੰਗ ਦੀ ਕਪੈਸਿਟੀ ਹੈ ਡੇ ਬਾਏ ਡੇ ਘੱਟ ਹੁੰਦੀ ਜਾ ਰਹੀ ਹੈ, ਕਿਉਂਕਿ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਰਿਵਰ ਦੇ ਵਿੱਚ ਨੀਚੇ ਜਾ ਕੇ ਬਹਿ ਜਾਂਦੀਆਂ ਨੇ। ਠੀਕ ਹੈ, ਤਾਂ ਉਹ ਕਦੇ ਵੀ ਵਾਟਰ ਨੂੰ ਸਾਫ਼ ਨਹੀਂ ਹੋਣ ਦਿੰਦੀਆਂ। ਜਿਵੇਂ ਕਹਿੰਦੇ ਆ ਨਾ ਕਿ ਵਹਿੰਦਾ ਪਾਣੀ ਹਮੇਸ਼ਾ ਨਿਰਮਲ ਹੁੰਦਾ, ਸਾਫ਼ ਹੁੰਦਾ, ਬਟ ਹੁਣ ਉਹ ਜਿਹੜੀ ਕਹਾਵਤ ਹੈ ਬਿਲਕੁਲ ਉਲਟ ਹੋ ਗਈ ਆ, ਕਿਉਂਕਿ ਨਦੀਆਂ ਦੇ ਵਿੱਚ ਪਾਣੀ ਸਾਫ਼ ਹੋ ਹੀ ਨਹੀਂ ਸਕਦਾ। ਕਿੰਨੀ ਜ਼ਿਆਦਾ ਇੰਡਸਟਰੀ ਲਗਾ ਰੱਖੀ ਹੈ, ਕਿੰਨਾ ਅਸੀਂ ਸਿਸਟਮ ਇੱਦਾਂ ਦਾ ਬਣਾ ਰੱਖਿਆ ਕਿ ਜਿੰਨੀ ਪੋਸੀਬਲ ਹੋ ਸਕਦਾ ਜ਼ਿਆਦਾ ਤੋਂ ਜ਼ਿਆਦਾ ਗੰਦਗੀ ਅਸੀਂ ਰਿਵਰਸ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਇਸ ਕਰਕੇ ਰਿਵਰ ਦਾ ਵਾਟਰ ਜਿਹੜਾ ਹੈਗਾ ਬਹੁਤ ਜ਼ਿਆਦਾ ਪੋਲਿਊਟ ਹੋ ਰਿਹਾ। Concern over rising pollution in our rivers led to the launching of various action plans to clean the rivers। ਅਗਰ ਜਿਹੜਾ ਇਹ ਪੋਲਿਊਸ਼ਨ ਰਿਵਰਸ ਦਾ ਇੰਨਾ ਜ਼ਿਆਦਾ, ਰਿਵਰ ਵਾਟਰਸ ਦਾ ਜਿਹੜਾ ਇੰਨਾ ਜ਼ਿਆਦਾ ਪੋਲਿਊਸ਼ਨ ਵੱਧ ਰਿਹਾ ਹੈ, ਤਾਂ ਇਸ ਦੇ ਲਈ ਸਾਨੂੰ ਬਹੁਤ ਸਾਰੇ ਜਿਹੜੇ ਐਕਸ਼ਨ ਪਲਾਨ ਮਤਲਬ ਲਾਂਚ ਕਰਨ ਦੀ ਜ਼ਰੂਰਤ ਹੈ। ਸਾਨੂੰ ਰਿਵਰ ਦੀ ਸਫਾਈ ਕਰਨੀ ਚਾਹੀਦੀ ਆ। ਠੀਕ ਹੈ, ਅਸੀਂ ਸਫਾਈ ਕਿਵੇਂ ਕਰ ਸਕਦੇ ਹਾਂ, ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਪਹਿਲਾਂ ਵੀ ਗੌਰਮੈਂਟ ਵੱਲੋਂ ਚਲਾਏ ਜਾ ਰਹੇ ਨੇ, ਜਿਵੇਂ ਕਿ ਗੰਗਾ ਐਕਸ਼ਨ ਪਲਾਨ। ਠੀਕ ਹੈ, ਜਿਹਦੇ ਵਿੱਚ ਇਹ ਹੈ ਕਿ ਲੋਕ ਗੰਗਾ ਦੇ ਵਿੱਚ, ਜਿਵੇਂ ਤੁਹਾਨੂੰ ਪਤਾ ਹੈ
ਕਿ ਜ਼ਿਆਦਾਤਰ ਸਾਡੇ ਲੋਕ ਵੀ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈ ਤਾਂ ਉਸਦੇ ਜਿਹੜੇ ਫੁੱਲ ਪਾਣ ਜਾਂਦੇ ਹੈ, ਉਸ ਦੀਆਂ ਅਸਥੀਆਂ ਜਿਹੜੀਆਂ ਨੇ ਉਹ ਗੰਗਾ ਦੇ ਵਿੱਚ ਵਹਾ ਕੇ ਹੁੰਦੇ ਆ। ਇਸ ਤਰ੍ਹਾਂ ਹਰਿਦੁਆਰ ਜਾਂਦੇ ਆ ਲੋਕ, ਕੋਈ ਕੀਰਤਨਪੁਰ ਸਾਹਿਬ ਜਾਂਦੇ ਆ, ਤਾਂ ਸਾਰੇ ਅਸੀਂ ਕੀ ਕਰਦੇ ਹਾਂ, ਵਾਟਰ ਦੇ ਵਿੱਚ ਪਾ ਕੇ, ਜਦੋਂ ਕਿ ਇਹ ਬਹੁਤ ਗਲਤ ਹੈ। ਠੀਕ ਹੈ, ਸਾਨੂੰ ਪਤਾ ਹੈ ਕਿ ਅਸੀਂ ਇੱਦਾਂ ਦੀ ਗੰਦਗੀ ਉੱਥੇ ਸੁੱਟਾਂਗੇ ਤਾਂ ਵਾਟਰ ਤਾਂ ਪੋਲਿਊਟ ਹੋਏਗਾ ਹੀ, ਔਰ ਉਹੀ ਵਾਟਰ ਜਿਹੜਾ ਹੈਗਾ ਸਾਡੇ ਘਰਾਂ ਤੱਕ ਪਹੁੰਚਦਾ ਹੈ। ਠੀਕ ਹੈ, ਡਾਇਰੈਕਟ ਇਨਡਾਇਰੈਕਟ ਵੇ ਨਾਲ ਉਹ ਸੇਮ ਹੀ ਵਾਟਰ ਜਿਹੜਾ ਹੈਗਾ ਸਾਰੇ ਇੰਡੀਆ ਦੇ ਵਿੱਚ ਫੈਲ ਰਿਹਾ। ਤਾਂ ਇਸ ਕਰਕੇ ਸਾਡੀ ਡਿਊਟੀ ਹੈ ਕਿ ਬਹੁਤ ਸਾਰੇ ਜਿਹੜੇ ਇੱਦਾਂ ਦੇ ਐਕਸ਼ਨ ਪਲਾਨਸ ਮਤਲਬ ਲਾਂਚ ਹੋਣੇ ਚਾਹੀਦੇ ਆ, ਤਾਂ ਕਿ ਜਿਹੜਾ ਰਿਵਰਸ ਦਾ ਵਾਟਰ ਹੈ ਉਸਨੂੰ ਸਾਫ਼ ਰੱਖਿਆ ਜਾ ਸਕੇ। ਠੀਕ ਹੈ, ਤਾਂ ਹੀ ਸਾਡੀ ਜਿਹੜੀ ਲਾਈਫ ਹੈ ਉਹ ਵੀ ਸੇਫ ਹੋ ਸਕਦੀ ਹੈ। ਅਦਰਵਾਈਜ਼ ਅਸੀਂ ਇੰਨਾ ਪੋਲਿਊਟਡ ਵਾਟਰ ਜਿਹੜਾ ਆਪਣੇ ਅੰਦਰ ਲੈ ਕੇ ਜਾ ਰਹੇ ਹਾਂ, ਇੰਨਾ ਡਰਿੰਕ ਕਰ ਰਹੇ ਹਾਂ, ਤਾਂ ਇਹ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ। ਓਕੇ ਬੇਟਾ, ਇਹ ਆਪਣਾ ਚੈਪਟਰ ਸੀ ਬੇਟਾ। ਥੈਂਕ ਯੂ, ਹੈਵ ਅ ਨਾਈਸ ਡੇ।